ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ਼੍ਰੀ ਤੇਗ ਬਹਾਦਰ ਸਾਹਿਬ ਜੀ ਦੀ ਲਸਾਨੀ ਸ਼ਹਾਦਤ ਨੂੰ ਸ਼ਤ ਸ਼ਤ ਪ੍ਰਣਾਮ। ਜਿੰਨਾ ਪ੍ਰਣਾਮ ਕੀਤਾ ਜਾਏ ਪਾਤਸ਼ਾਹ ਦੀ ਸ਼ਹਾਦਤ ਨੂੰ ਔਰ ਉਹਨਾਂ ਦੇ ਸਿੱਖਾਂ ਦੀ ਸ਼ਹਾਦਤ ਨੂੰ ਓਨਾ ਹੀ ਘੱਟ ਹੈ। ਸੰਗਤ ਜੀ, ਅੱਜ ਅਸੀਂ ਸ਼ਬਦ ਪੜਨ ਜਾ ਰਹੇ ਹਾਂ। ਅਬ ਮੈਂ ਕੌਣ ਉਪਾਵ ਕਰੂੰ। ਪਾਤਸ਼ਾਹ ਨੇ ਸਾਨੂੰ ਦੱਸਿਆ ਹੈ ਕਿ ਕਿਸ ਮਾਰਗ ਤੇ ਚੱਲਣਾ ਹੈ, ਬੰਦਗੀ ਕਿਸ ਤਰ੍ਹਾਂ ਕਰਨੀ ਹੈ। ਉਹਨਾਂ ਨੇ ਆਪਣੇ ਆਪ ਨੂੰ ਅੱਗੇ ਮੁੱਖ ਰੱਖ ਕੇ ਉਹਨਾਂ ਨੇ ਸਾਡੇ ਵਾਸਤੇ ਸਾਨੂੰ ਉਹਨਾਂ ਨੇ ਦੱਸਿਆ ਹੈ ਕਿ हे ਪ੍ਰਾਣੀ, ਉਹਨਾਂ ਨੇ ਕਿਹਾ ਹੁਣ ਮੈਂ ਕੀ ਉਪਾਵ ਕਰਾਂ, ਹੁਣ ਮੈਂ ਕੀ ਯਤਨ ਕਰਾਂ ਕਿ ਜੈ ਬਿਦ ਮਨ ਕੋ ਸੰਸਾ ਚੁਕੇ ਪਉ ਨਿਧ ਪਾਰ ਪਰੋ। ਕਿ ਇਹ ਸੰਸਾਰ ਤੋਂ ਪਾਰ ਲੰਘਣ ਵਾਸਤੇ ਮੈਂ ਕੀ ਉਪਾਵ ਕਰਾਂ, ਮੈਂ ਕੀ ਕਰਾਂ ਕਿ ਜਿਹੜੇ ਮੇਰੇ ਮਨ ਦੇ ਜਿਹੜੇ ਸ਼ੰਕਾ ਨੇ, ਮੇਰੇ ਮਨ 'ਚ ਸ਼ੰਕਾ ਹੈ ਕਿ ਮੈਂ ਕੀ ਕਰਾਂ ਕਿ ਮੈਂ ਇਸ ਜਿਹੜਾ ਇਹ ਸਾਗਰ ਹੈ ਇਹਨੂੰ ਮੈਂ ਪਾਰ ਕਰ ਲਵਾਂ, ਇਹਨੂੰ ਮੈਂ ਇੱਥੋਂ ਦੀ ਮੁਕਤੀ ਕਿੱਦਾਂ ਮੈਂ ਪ੍ਰਾਪਤ ਕਰਾਂ। ਅਸੀਂ ਗੱਲਾਂ ਤੇ ਸਭ ਕਰ ਲੈਂਦੇ ਹਾਂ, ਪਰ ਅਸੀਂ ਉਸ ਮਾਰਗ ਤੇ ਕਦੀ ਚੱਲਦੇ ਨਹੀਂ। ਤੇ ਅੱਗੇ ਪਾਤਸ਼ਾਹ ਕੀ ਲਿਖਦੇ ਨੇ, ਜਨਮ ਪਾਏ ਕਛੁ ਭਲੋ ਨਾ ਕੀਨੋ। ਹੁਣ ਅਸੀਂ ਇੱਥੇ ਆ ਗਏ ਆ, ਅਸੀਂ ਇੱਥੇ ਜਨਮ ਸਾਨੂੰ ਮਿਲਿਆ ਹੈ ਬੰਦਗੀ ਕਰਨ ਵਾਸਤੇ, ਪਰ ਜਦੋਂ ਸਾਨੂੰ ਇੱਥੇ ਜਨਮ ਮਿਲ ਜਾਂਦਾ ਹੈ ਫਿਰ ਅਸੀਂ ਸਭ ਕੁਝ ਭੁੱਲ ਜਾਂਦੇ ਹਾਂ। ਮਾਇਆ ਮੋਹ ਆਪਣੇ ਵਿਕਾਰਾਂ 'ਚ ਫਸ ਕੇ ਅਸੀਂ ਸਭ ਭੁੱਲ ਜਾਂਦੇ ਹਾਂ। ਤੇ ਇੱਥੇ ਬਾਬਾ ਜੀ ਸਾਨੂੰ ਕੀ ਲਿਖਦੇ ਨੇ ਕਿ ਜਨਮ ਪਾਏ ਕਛੁ ਭਲੋ ਨਾ ਕੀਨੋ ਤਾਤੇ ਅਧਿਕ ਡਰੋ। ਕਿ ਮੈਨੂੰ ਜਨਮ ਤੇ ਮਿਲ ਗਿਆ ਔਰ ਮੈਂ ਕੋਈ ਵੀ ਚੰਗਾ ਭਲਾ ਕੋਈ ਕੰਮ ਕੀਤਾ ਨਹੀਂ, ਔਰ ਇਹ ਸੋਚ ਕੇ ਮੈਨੂੰ ਬੜਾ ਡਰ ਲੱਗਦਾ। ਹੁਣ ਅਸੀਂ ਵੀ ਕਈ ਵਾਰੀ ਸੋਚਦੇ ਹਾਂ ਕਿ हे ਪ੍ਰਮਾਤਮਾ, ਅਸੀਂ ਆ ਕੇ ਕੁਝ ਚੰਗਾ ਕੰਮ ਤੇ ਕਰਦੇ ਨਹੀਂ, ਪਤਾ ਨਹੀਂ ਸਾਡਾ ਅੰਤ ਕੀ ਹੋਏਗਾ, ਸਾਡੀ ਉੱਥੇ ਬਾਂਹ ਕੌਣ ਫੜੇਗਾ। ਅਸੀਂ ਇਹ ਸੋਚ ਤੇ ਲੈਂਦੇ ਹਾਂ, ਪਰ ਅਸੀਂ ਯਤਨ ਹੀ ਨਹੀਂ ਕਰਦੇ ਕਿ ਬਾਬਾ ਜੀ ਨੇ ਸਾਨੂੰ ਕਿਹਾ ਸ਼ਬਦਾਂ ਦੇ ਨਾਲ ਜੁੜੋ, ਸ਼ਬਦ ਦੇ ਨਾਲ ਜੁੜੋ, ਆਪਣੀ ਸੁਰਤ ਨੂੰ ਜੋੜੋ। ਅਸੀਂ ਉਹ ਐਫਰਟ ਹੀ ਨਹੀਂ ਲੈਂਦੇ। ਮਨ ਬਚ ਕਰਮ ਹਰ ਗੁਣ ਨਹੀਂ ਗਾਏ। ਕਿ ਮੈਂ ਆਪਣੇ ਮਨ ਤੋਂ, ਆਪਣੇ ਬਚਨਾਂ ਤੋਂ, ਆਪਣੇ ਕਰਮਾਂ ਤੋਂ, ਸਾਨੂੰ ਹਿਦਾਇਤ ਦਿੱਤੀ ਹੈ ਕਿ ਆਪਣੇ ਮਨ ਤੋਂ, ਮਨ ਬਚ ਕਰਮ ਪ੍ਰਭ ਆਪਣਾ ਧਿਆਏ ਨਾਨਕ ਦਾਸ ਤੇਰੀ ਸ਼ਰਨਾਏ। ਕਿ हे ਮਾਲਿਕ, ਮੈਂ ਤੇਰੀ ਸ਼ਰਨ 'ਚ ਆਇਆ ਹੈ ਤੇ ਤੂੰ ਮੇਰੇ ਤੇ ਇੰਨੀ ਕਿਰਪਾ ਕਰ ਕਿ ਮੈਂ ਮਨ ਤੋਂ, ਬਚਨਾਂ ਤੋਂ ਔਰ ਆਪਣੇ ਕਰਮਾਂ ਤੋਂ, ਇਹਨਾਂ ਤੋਂ ਮੈਂ ਤੇਰਾ ਗੁਣ ਗਾਵਾਂ। ਪਰ ਇੱਥੇ ਸਾਨੂੰ ਪਾਤਸ਼ਾਹ ਕੀ ਦੱਸ ਰਹੇ ਨੇ ਕਿ ਮਨ ਬਚ ਕਰਮ ਹਰ ਗੁਣ ਨਹੀਂ ਗਾਏ। ਕਿ ਮੈਂ ਤੇ ਕੋਈ ਵੀ ਕੰਮ ਨਹੀਂ ਕੀਤਾ। ਯਹ ਜੀ ਸੋਚ ਧਰੋ। ਇਹ ਸੋਚ ਮੈਂ ਆਪਣੇ ਮਨ 'ਚ ਲਿਆਣਾ ਹੈ। ਇਹ ਮੈਂ ਸੋਚਦਾ ਹਾਂ ਕਿ ਮੈਂ ਤੇ ਮਨ ਤੋਂ ਮੈਂ ਕੋਈ ਕੰਮ ਨਹੀਂ ਕੀਤਾ। ਤੇ ਮਨ ਤੋਂ ਕਿਸ ਤਰ੍ਹਾਂ, ਇਹ ਮਨ ਤੋਂ, ਬਚਨਾਂ ਤੋਂ, ਕਰਮਾਂ ਤੋਂ ਕਿਸ ਤਰ੍ਹਾਂ ਧਿਆਣਾ ਹੈ। ਇੱਕ ਗੁਰੂ ਤੇਗ ਬਹਾਦਰ ਜੀ ਦੀ ਸਾਖੀ ਹੈ। ਬਿਹਾਰ ਦੇ ਵਿੱਚ ਇੱਕ ਛੋਟਾ ਜਿਹਾ ਪਿੰਡ ਹੈ ਜਿਹਦਾ ਨਾਮ ਹੈ ਸਸਰਾਮ। ਬੜਾ ਭਾਵਨਾ ਵਾਲਾ ਭਗਤ ਪਾਤਸ਼ਾਹ ਦਾ ਇੱਕ ਸਿੱਖ ਉੱਥੇ ਰਹਿੰਦਾ ਸੀ। ਨਾਮ ਸੀ ਫੱਗੂ। ਤੇ ਸਾਰਾ ਪਿੰਡ ਅਦਬ ਦੇ ਨਾਲ, ਸਤਿਕਾਰ ਦੇ ਨਾਲ ਉਹਨੂੰ ਚਾਚਾ ਕਹਿੰਦਾ ਹੁੰਦਾ ਸੀ। ਤੇ ਇਤਿਹਾਸ ਦੇ ਵਿੱਚ ਇਹਨਾਂ ਦਾ ਨਾਮ ਆਇਆ ਹੈ ਚਾਚਾ ਫੱਗੂ। ਬੜੀ ਬੰਦਗੀ ਕਰਨੀ, ਬੰਦਗੀ ਵਾਲੀ ਰੂਹ ਸੀਗੇ। ਤੇ ਇਹਨਾਂ ਨੇ ਆਪ ਤੇ ਬੰਦਗੀ ਕਰਨੀ, ਇਹਨਾਂ ਦੇ ਮਨ 'ਚ ਸ਼ਬਦ ਚੱਲਦਾ ਸੀ, ਮਨ ਤੋਂ ਬੰਦਗੀ ਕਰਦੇ ਹੁੰਦੇ ਸੀ। ਤੇ ਮਨ ਬਚ ਕਰਮ, ਇਹ ਅਸੀਂ ਇੱਥੇ ਦੇਖਾਂਗੇ ਕਿ ਮਨ 'ਚ ਤੇ ਉਹਨਾਂ ਦੇ ਸ਼ਬਦ ਚੱਲਦਾ ਸੀ ਤੇ ਉਹਨਾਂ ਨੇ ਆਪਣੇ ਬਚਨਾਂ ਦੇ ਨਾਲ
ਕਿੱਦਾਂ ਕਮਾਈ ਕੀਤੀ ਤੇ ਉਹਨਾਂ ਨੇ ਆਪਣੇ ਕਰਮਾਂ ਨਾਲ ਕਿੱਦਾਂ ਕਮਾਈ ਕੀਤੀ। ਉਹਨਾਂ ਨੇ ਆਪ ਤੇ ਬੰਦਗੀ ਕਰਨੀ ਤੇ ਉਹਨਾਂ ਨੇ ਪਿੰਡ ਵਿੱਚ ਜਾਣਾ, ਸਾਰੇ ਸਿੱਖਾਂ ਦੇ ਘਰਾਂ 'ਚ ਜਾਣਾ ਤੇ ਉਹਨਾਂ ਨੂੰ ਕਹਿਣਾ ਕਿ ਨਾਮ ਜਪੋ, ਸਿਮਰਨ ਕਰੋ, ਬਾਣੀ ਪੜੋ। ਔਰ ਜਿੱਥੇ ਲੋੜ ਪੈਣੀ ਉਹਨਾਂ ਆਪਣੇ ਹੱਥੀਂ ਉਹਨਾਂ ਨੂੰ ਪੋਥੀਆਂ, ਉਹਨਾਂ ਨੂੰ ਗੁਟਕਾ, ਉਹਨਾਂ ਨੂੰ ਪਾਠ, ਉਹਨਾਂ ਨੂੰ ਲਿਖ ਕੇ ਦੇਣਾ, ਆਪਣੇ ਹੱਥੀਂ ਲਿਖ ਕੇ ਦੇਣਾ। ਇਹ ਹੁੰਦੇ ਨੇ ਕਰਮ। ਨਾਲੇ ਉਹਨਾਂ ਨੂੰ ਜਾ ਕੇ ਪ੍ਰੇਰਿਤ ਕਰਨਾ, ਉਹਨਾਂ ਨੂੰ ਆਪਣੇ ਹੱਥੀਂ ਲਿਖ ਕੇ ਪੋਥੀਆਂ ਦੇਣੀਆਂ, ਗੁਟਕਾ ਸਾਹਿਬ ਲਿਖ ਕੇ ਦੇਣੇ, ਪਾਠ ਲਿਖ ਕੇ ਦੇਣੇ ਕਿ ਤੁਸੀਂ ਇਹ ਜਾ ਕੇ ਤੁਸੀਂ ਉੱਥੇ ਤੁਸੀਂ ਬਾਣੀ ਪੜੋ, ਤੁਸੀਂ ਨਾਮ ਸਿਮਰਨ ਕਰੋ। ਤੇ ਉਹਨਾਂ ਨੇ ਇਹ ਵੀ ਕਹਿਣਾ, ਉਹਨਾਂ ਨੇ ਇਹ ਵੀ ਕਹਿਣਾ ਕਿ ਦਸਵੰਧ ਕੱਢੋ, ਤੁਸੀਂ ਜੋ ਵੀ ਕਿਰਤ ਕਮਾਈ ਕਰਦੇ ਹੋ ਉਹਦੇ ਵਿੱਚੋਂ ਗੁਰੂ ਦੇ ਨਾਮ ਦਾ ਦਸਵੰਧ ਕੱਢੋ, 10ਵਾਂ ਹਿੱਸਾ ਕੱਢੋ। ਔਰ ਉਹਨਾਂ ਨੇ ਕੀ ਕਰਨਾ, ਸਾਰਿਆਂ ਸਿੱਖਾਂ ਦੇ ਘਰੋਂ ਜੋ ਵਾਹਿਗੁਰੂ ਦੇ ਨਾਮ ਦਾ, ਉਹਨਾਂ ਨੇ ਪਾਤਸ਼ਾਹ ਦੇ ਨਾਮ ਦਾ ਜੋ ਦਸਵੰਧ ਕੱਢਣਾ, ਉਹਨਾਂ ਨੇ ਇਕੱਠਾ ਕਰਕੇ ਲਿਆਣਾ। ਔਰ ਉਹਨਾਂ ਨੇ ਉਹਨਾਂ ਦੇ ਨਾਮ ਦੀਆਂ ਪੋਟਲੀਆਂ ਬਣਾਉਣੀਆਂ ਕਿ ਇਹ ਮਾਇਆ ਇਹਨਾਂ ਨੇ ਦਿੱਤੀ ਹੈ, ਇਹ ਮਾਇਆ ਇਹਨਾਂ ਨੇ ਦਿੱਤੀ ਹੈ। ਲਿਆਣੀਆਂ ਪੋਟਲੀਆਂ ਉੱਥੇ ਬੰਨਣੀਆਂ ਤੇ ਉੱਥੇ ਉਹਨਾਂ ਨੇ ਉਹਨਾਂ ਦੇ ਨਾਮ ਦਾ, ਉਹਨਾਂ ਨੇ ਮਾਇਆ ਇਕੱਠੀ ਕਰਨੀ ਔਰ ਅਰਦਾਸ ਕਰਨੀ ਸਤਿਗੁਰੂ ਦੇ ਚਰਨਾਂ ਦੇ ਵਿੱਚ ਕਿ ਪਾਤਸ਼ਾਹ ਆਪ ਜੀ ਦੇ ਸਿੱਖਾਂ ਨੇ ਇਹ ਆਪ ਜੀ ਵਾਸਤੇ ਭੇਟਾ ਭੇਜੀ ਹੈ, ਆਪ ਜੀ ਪ੍ਰਵਾਨ ਕਰੋ। ਔਰ ਉਹਨਾਂ ਨੇ ਉਹ ਮਾਇਆ ਇਕੱਠੀ ਕਰਕੇ ਉਹਦੀ ਹੁੰਡੀ ਕਰਾਣੀ ਔਰ ਗੁਰੂ ਘਰ 'ਚ ਭੇਜਣਾ, ਗੁਰੂ ਘਰ 'ਚ ਭੇਜਣਾ ਤੇ ਗੁਰੂ ਘਰ ਵਿੱਚ ਭੇਜਣਾ ਤੇ ਹੁੰਡੀ ਕਰਦੇ ਹੁੰਦੇ ਸੀ। ਤੇ ਉਹਨਾਂ ਨੇ ਫਿਰ ਕੀ ਕਰਨਾ ਕਿ ਇੱਕ ਦਿਨ ਬੰਦਗੀ ਤੇ ਬੜੀ ਕਰਦੇ ਹੁੰਦੇ ਸੀ। ਇੱਕ ਦਿਨ ਬੈਠੇ ਬੈਠੇ ਉਹਨਾਂ ਦੇ ਮਨ 'ਚ ਕੀ ਖਿਆਲ ਆਇਆ, ਕੀ ਫੁਰਨਾ ਆਇਆ ਕਿ ਪਾਤਸ਼ਾਹ ਆਪ ਦੇ ਸ਼ਬਦਾਂ ਦੀ, ਆਪ ਜੀ ਦੀ ਇੰਨੀ ਰਹਿਮਤ ਹੈ ਇਸ ਸਰੀਰ ਉੱਤੇ ਕਿ ਇਸ ਵਿੱਚ ਆਪ ਜੀ ਦੇ ਸ਼ਬਦ ਦਾ ਅਭਿਆਸ ਹੁੰਦਾ ਹੈ। ਆਪ ਜੀ ਦੇ ਸ਼ਬਦਾਂ ਦੇ ਨਾਲ ਇਹ ਮੇਰਾ ਸਰੀਰ, ਇਹ ਮੇਰਾ ਮਨ ਜੁੜਿਆ ਤੇ ਹੋਇਆ ਹੈ। ਪਰ ਪਾਤਸ਼ਾਹ ਮੇਰੀ ਬੜੀ ਇੱਛਾ ਹੈ, ਮੇਰੀ ਬੜੀ ਲਾਲਸਾ ਹੈ ਕਿ ਆਪ ਮੇਰੇ ਘਰ ਵਿੱਚ ਆਪਣੇ ਚਰਨ ਪਾਓ। ਬੈਠੇ ਬੈਠੇ ਬੰਦਗੀ ਕਰਦੇ ਕਰਦੇ ਖਿਆਲ ਆ ਗਿਆ, ਫੁਰਨਾ ਆ ਗਿਆ ਤੇ ਬਸ ਫਿਰ ਕੀ ਸੀ, ਜਾ ਕੇ ਕਾਰੀਗਰਾਂ ਨੂੰ ਲੈ ਆਂਦਾ। ਕਹਿੰਦੇ ਇਹ ਘਰ ਦਾ ਦਰਵਾਜ਼ਾ ਵੱਡਾ ਕਰ ਦੋ। ਸਾਰੇ ਇਕੱਠੇ ਹੋ ਗਏ, ਪਿੰਡ ਵਾਲੇ ਆਸ ਪੜੋਸੀ ਇਕੱਠੇ ਹੋ ਗਏ। ਕਾਰੀਗਰ ਵੀ ਕਹਿੰਦੇ ਇੰਨਾ ਵੱਡਾ ਦਰਵਾਜ਼ਾ, ਕਹਿੰਦੇ ਇੰਨਾ ਵੱਡਾ, ਖੂਬ ਉੱਚਾ ਦਰਵਾਜ਼ਾ, ਚੌੜਾ ਦਰਵਾਜ਼ਾ, ਬਹੁਤ ਵੱਡਾ ਦਰਵਾਜ਼ਾ। ਕਹਿੰਦੇ ਜੀ ਬਹੁਤ ਵੱਡਾ ਦਰਵਾਜ਼ਾ ਬਣਾ ਦੋ। ਉਹ ਕਹਿੰਦੇ ਜੀ ਇੰਨਾ ਵੱਡਾ ਦਰਵਾਜ਼ਾ ਤੁਸੀਂ ਕਿਉਂ ਬਣਵਾਣਾ ਬੂਆ? ਕਹਿੰਦੇ ਮੇਰੇ ਸਤਿਗੁਰੂ ਆਣਗੇ ਤੇ ਉਹ ਘੋੜੇ ਤੇ ਚੜ ਕੇ ਆਣਗੇ ਤੇ ਮੈਂ ਨਹੀਂ ਚਾਹੁੰਦਾ ਕਿ ਮੇਰੇ ਪਾਤਸ਼ਾਹ ਦਰਵਾਜ਼ੇ ਦੇ ਬਾਹਰ ਉਤਰਨ ਘੋੜੇ ਤੋਂ। ਮੈਂ ਚਾਹੁੰਦਾ ਹੈ ਕਿ ਪਾਤਸ਼ਾਹ ਮੇਰੇ ਗੁਰੂ ਘੋੜੇ ਤੇ ਚੜੇ ਹੋਏ ਹੀ ਮੇਰੇ ਘਰ ਦੇ ਅੰਦਰ ਆਣ, ਉਹਨਾਂ ਨੂੰ ਬਾਹਰ ਉਤਰਨਾ ਨਾ ਪਵੇ। ਸਾਰੇ ਕਹਿੰਦੇ ਚਾਚਾ ਇਹ ਤੂੰ ਕੀ ਕਰਦਾ ਪਿਆ? ਕਿੱਥੇ ਸਤਿਗੁਰੂ ਬੈਠੇ ਪੰਜਾਬ ਦੀ ਧਰਤੀ ਤੇ, ਕਿੱਥੇ ਤੂੰ ਇੱਥੇ ਸਸਰਾਮ ਪਿੰਡ ਵਿੱਚ, ਤੇ ਐਨੀ ਦੂਰੋਂ ਚੱਲ, ਇੰਨੀ ਦੂਰੋਂ ਪਾਤਸ਼ਾਹ ਆਣਗੇ। ਤੇ ਦੇਖੋ ਦ੍ਰਿੜਤਾ, ਜੋ ਬਾਣੀ ਪੜਦਾ ਹੈ, ਜੋ ਮਨ ਜੀ ਦੇ ਮਨ 'ਚ ਅਭਿਆਸ ਹੁੰਦਾ, ਜਿਹੜੇ ਮਨ ਜੀ ਦੇ ਮਨ 'ਚ ਸ਼ਬਦ ਵਸਦੇ ਨੇ, ਉਹਨਾਂ 'ਚ ਦ੍ਰਿੜਤਾ ਇੰਨੀ ਆਂਦੀ ਹੈ। ਉਹ ਕਹਿੰਦੇ ਨੇ ਜਦੋਂ ਅਰਦਾਸ ਕਰਦੇ ਨੇ, ਅਸੀਂ ਤੇ ਅਰਦਾਸ ਕਰਦੇ ਹਾਂ ਪਰ ਸਾਨੂੰ ਅਰਦਾਸ ਅਸੀਂ ਕਰਕੇ ਸਾਨੂੰ ਅਰਦਾਸ ਤੇ ਵਿਸ਼ਵਾਸ ਨਹੀਂ ਹੁੰਦਾ। ਪਰ ਜਿਹੜੇ ਗੁਰੂ ਕੇ ਸਿੱਖ ਹੁੰਦੇ ਨੇ, ਸੱਚੇ ਸਿੱਖ ਹੁੰਦੇ ਨੇ, ਉਹ ਅਰਦਾਸ ਤੇ ਕਰਦੇ ਨੇ ਪਰ ਉਹਨਾਂ ਨੂੰ ਅਰਦਾਸ ਦੇ ਉੱਤੇ
ਵਿਸ਼ਵਾਸ ਹੁੰਦਾ ਹੈ। ਵਿਸ਼ਵਾਸ ਉੱਤੇ ਫਿਰ ਉਹਨਾਂ ਨੂੰ ਪੂਰੀ ਆਸ ਹੁੰਦੀ ਹੈ ਕਿ ਮੇਰਾ ਵਿਸ਼ਵਾਸ ਹੈ ਔਰ ਮੇਰੀ ਆਸ ਇਹ ਪੂਰੀ ਹੋਏਗੀ। ਉਹਨਾਂ ਨੇ ਕਿਹਾ ਕਿ ਤੁਸੀਂ ਇਹ ਗੱਲ ਛੱਡੋ, ਤੁਸੀਂ ਦਰਵਾਜ਼ਾ ਵੱਡਾ ਕਰੋ, ਮੇਰੇ ਸਤਿਗੁਰੂ ਜ਼ਰੂਰ ਆਣਗੇ। ਸਾਰਿਆਂ ਨੇ ਬੜਾ ਸਮਝਾਇਆ ਕਿ ਨਾ ਬਣਾਓ ਇੰਨਾ ਵੱਡਾ ਦਰਵਾਜ਼ਾ, ਉਹ ਨਹੀਂ ਮੰਨੇ। ਦਰਵਾਜ਼ਾ ਵੱਡਾ ਬਣ ਗਿਆ, ਦ੍ਰਿੜ ਨਿਸ਼ਚੈ ਸੀ, ਦਰਵਾਜ਼ਾ ਵੱਡਾ ਬਣ ਗਿਆ। ਔਰ ਉਹਨਾਂ ਨੇ ਕਦੀ ਵੀ ਦਰਵਾਜ਼ਾ ਬੰਦ ਨਾ ਕਰਨਾ। ਉਹਨਾਂ ਨੇ ਕਹਿਣਾ ਪਤਾ ਨਹੀਂ ਸਤਿਗੁਰੂ ਮੇਰੇ ਕਦੋਂ ਆ ਜਾਣ। ਰਾਤ ਦਿਨ ਦਰਵਾਜ਼ਾ ਖੁੱਲਾ ਰਹਿੰਦਾ ਸੀ। ਰੋਜ਼ ਬੈਠ ਕੇ ਬੰਦਗੀ ਕਰਨੀ, ਸਿਮਰਨ ਕਰਨਾ ਔਰ ਅਰਦਾਸ ਕਰਨੀ। ਲੋਕਾਂ ਨੇ ਕਹਿਣਾ ਕਿ ਚਾਚਾ ਤੂੰ ਕਿਆ ਚਿੱਠੀ ਪੱਤਰੀ ਪਾਈ ਹੈ ਜੋ ਤੈਨੂੰ ਇੰਨਾ ਵਿਸ਼ਵਾਸ ਹੈ ਕਿ ਗੁਰੂ ਪਾਤਸ਼ਾਹ ਆਣਗੇ? ਤੇ ਉਹਨਾਂ ਨੇ ਕੀ ਜਵਾਬ ਦੇਣਾ? ਬੜਾ ਪਿਆਰਾ ਉੱਤਰ ਦੇਣਾ। ਉਹਨਾਂ ਨੇ ਕਹਿਣਾ ਕਿ ਮੈਂ ਚਿੱਠੀ ਪੱਤਰੀ ਤੇ ਕੋਈ ਨਹੀਂ ਪਾਈ, ਪਰ ਮੈਂ ਉਹਨਾਂ ਨੂੰ ਆਪਣੇ ਰੋਜ਼ ਸ਼ਬਦਾਂ ਦੀ ਚਿੱਠੀ ਪੱਤਰੀ ਭੇਜਦਾ। ਅਸੀਂ ਵੀ ਸੰਗਤ ਜੀ ਕਹਿੰਦੇ ਆ ਨਾ ਕਿ ਐਨੀ ਜਦੋਂ ਪਰਮਾਤਮਾ ਦੇ ਨਾਲ ਲਿਵ ਜੁੜਦੀ ਹੈ ਤੇ 1 ਸੈਕਿੰਡ ਉਹ ਹੌਟਲਾਈਨ ਹੁੰਦੀ ਹੈ। ਉੱਥੇ ਕੋਈ ਚਿੱਠੀ ਪੱਤਰੀ, ਉੱਥੇ ਕੋਈ ਇੰਟਰਨੈਟ ਕਨੈਕਸ਼ਨ, ਉੱਥੇ ਦੇ ਕੋਈ ਇਹੋ ਜਿਹੀ ਚੀਜ਼ ਦੀ ਲੋੜ ਨਹੀਂ ਪੈਂਦੀ। ਉੱਥੇ ਤੇ ਕਨੈਕਸ਼ਨ ਪੈਂਦਾ ਹੈ ਦਿਲ ਤੋਂ ਦਿਲ ਦਾ ਕਨੈਕਸ਼ਨ। ਤੇ ਉਹਨਾਂ ਨੇ ਕਹਿਣਾ ਮੈਂ ਰੋਜ਼ ਆਪਣੇ ਗੁਰੂ ਦੇ ਚਰਨਾਂ ਦੇ ਵਿੱਚ ਆਪਣੇ ਸ਼ਬਦਾਂ ਦੀਆਂ ਅਰਦਾਸਾਂ, ਆਪਣੇ ਸ਼ਬਦਾਂ ਦੀਆਂ ਚਿੱਠੀਆਂ, ਆਪਣੇ ਸ਼ਬਦਾਂ ਦੀਆਂ ਪੱਤਰੀਆਂ ਭੇਜਦਾ ਹਾਂ ਤੇ ਮੈਨੂੰ ਪੂਰਾ ਵਿਸ਼ਵਾਸ ਹੈ ਮੇਰੇ ਸਤਿਗੁਰੂ ਜ਼ਰੂਰ ਆਣਗੇ। ਔਰ ਜਦੋਂ ਇੰਨਾ ਦ੍ਰਿੜ ਨਿਸ਼ਚੈ ਹੁੰਦਾ ਹੈ, ਜਦੋਂ ਐਨੇ ਸਿੱਖ ਦੀ ਤਾਂਗ ਹੁੰਦੀ ਹੈ, ਗੁਰੂ ਨੂੰ ਮਿਲਣ ਵਾਸਤੇ ਲਾਲਸਾ ਹੁੰਦੀ ਹੈ, ਗੁਰੂ ਨੂੰ ਮਿਲਣ ਵਾਸਤੇ, ਤੇ ਫਿਰ ਅਸੀਂ ਤੇ ਇੱਕ ਕਦਮ ਪੁੱਟਦੇ ਆਂ। ਸਤਿਗੁਰੂ ਤੇ ਕੋਟ ਪੈਂਡਾ ਚਲਤ ਆਗੇ ਹੋਏ ਲੇਤ ਹੈ। ਉਹ ਤੇ ਕਿੰਨੇ ਕਰੋੜ ਪੈਂਡਾ ਅੱਗੇ ਚੱਲ ਕੇ ਆਪ ਆਪਣੇ ਸਿੱਖਾਂ ਦੀ ਬਾਹ ਫੜਦੇ ਆ। ਤੇ ਪਾਤਸ਼ਾਹ ਉੱਥੋਂ ਤੁਰ ਪੈਂਦੇ ਨੇ ਆਪਣੇ ਸਿੱਖ ਦੀ ਅਰਦਾਸ ਸੁਣ ਕੇ। ਸਫ਼ਰ ਕਰਦੇ ਸਸਰਾਮ ਪਿੰਡ ਪਹੁੰਚ ਜਾਂਦੇ ਨੇ। ਔਰ ਜਦੋਂ ਸਸਰਾਮ ਪਿੰਡ ਪਹੁੰਚਦੇ ਨੇ ਤੇ ਆ ਜਾਂਦੇ ਨੇ ਚਾਚਾ ਫੱਗੂ ਦੇ ਘਰ ਦੇ ਅੱਗੇ। ਜਦੋਂ ਉਹਨਾਂ ਨੂੰ ਦੇਖ ਕੇ ਤੇ ਪਿੰਡ ਦੀ ਸੰਗਤ ਇਕੱਠੀ ਹੋ ਜਾਂਦੀ ਹੈ। ਦਰਵਾਜ਼ਾ ਤੇ ਕਦੀ ਚਾਚਾ ਫੱਗੂ ਨੇ ਤੇ ਕਦੀ ਬੰਦ ਕੀਤਾ ਹੀ ਨਹੀਂ ਸੀ। ਤੇ ਪਾਤਸ਼ਾਹ ਘੋੜੇ ਦੇ ਸਮੇਤ ਦਰਵਾਜ਼ਾ ਲੰਘ ਕੇ ਅੰਦਰ ਆ ਜਾਂਦੇ ਨੇ। ਚਾਚਾ ਫੱਗੂ ਆਪਣੀ ਬੰਦਗੀ 'ਚ ਬੈਠੇ ਹੁੰਦੇ ਨੇ। ਵਿਹੜੇ 'ਚ ਆ ਕੇ ਘੋੜਾ ਰੁਕ ਜਾਂਦਾ ਹੈ ਔਰ ਘੋੜਾ ਹਿਣਕਦਾ ਹੈ। ਆਵਾਜ਼ ਸੁਣ ਕੇ ਚਾਚਾ ਫੱਗੂ ਅੰਦਰੋਂ ਦੌੜੇ ਆਉਂਦੇ ਨੇ। ਜਦੋਂ ਦੌੜੇ ਆਉਂਦੇ ਨੇ ਤੇ ਉਹ ਜਦੋਂ ਦੇਖਦੇ ਨੇ ਕਿ ਵਿਹੜੇ ਦੇ ਵਿੱਚ ਪਾਤਸ਼ਾਹ ਆਪ ਆਏ ਨੇ, ਉਹਨਾਂ ਦਾ ਤੇ ਫਿਰ ਖੁਸ਼ੀ ਦਾ ਟਿਕਾਣਾ ਨਹੀਂ ਰਹਿੰਦੇ। ਦੌੜ ਕੇ ਜਾ ਕੇ ਸਤਿਗੁਰਾਂ ਦੇ ਚਰਨ ਫੜ ਲੈਂਦੇ ਨੇ, ਚਰਨ ਚੁੰਮਣ ਲੱਗ ਪੈਂਦੇ ਨੇ। ਔਰ ਸਤਿਗੁਰੂ ਕੀ ਕਹਿੰਦੇ ਨੇ ਕਿ ਕਿਉਂ ਭਾਈ ਤੂੰ ਬੁਲਾਇਆ ਸੀ, ਅਸੀਂ ਤੇ ਆਣਾ ਹੀ ਸੀ। ਤੇ ਉਹਨਾਂ ਚਾਚਾ ਫੱਗੂ ਦੇ ਤੇ ਕੋਈ ਮੂੰਹ ਤੋਂ ਤੇ ਕੋਈ ਸ਼ਬਦ ਨਿਕਲਦਾ ਹੀ ਨਹੀਂ। ਉਹ ਤੇ ਕੁਝ ਬੋਲ ਹੀ ਨਹੀਂ ਪਾਉਂਦੇ, ਬਸ ਦੇਖੀ ਜਾਂਦੇ ਨੇ, ਚਰਨ ਚੁੰਮੀ ਜਾਂਦੇ ਨੇ। ਪਾਤਸ਼ਾਹ ਘੋੜੇ ਤੋਂ ਉਤਰਦੇ ਨੇ, ਬੈਠਦੇ ਨੇ ਤੇ ਕੀ ਕਹਿੰਦੇ ਨੇ ਲਿਆ ਭਾਈ ਸਾਡੀ ਭੇਟਾ। ਸਾਰੀ ਸੰਗਤ ਉੱਤੇ ਹੈਰਾਨ ਹੁੰਦੀ ਹੈ। ਕਿਉਂ ਹੈਰਾਨ ਹੁੰਦੀ ਹੈ? ਕਿਉਂਕਿ ਕਿਸੇ ਨੂੰ ਪਤਾ ਤੇ ਹੁੰਦਾ ਨਹੀਂ ਕਿ ਪਾਤਸ਼ਾਹ ਕਿਉਂ ਕਹਿ ਰਹੇ ਨੇ। ਕਿਉਂਕਿ ਚਾਚਾ ਫੱਗੂ ਸਾਰਿਆਂ ਦੇ ਕੋਲੋਂ ਜਦੋਂ ਭੇਟਾ ਲਿਆਉਂਦੇ ਨੇ ਤੇ ਰੋਜ਼ ਹੁੰਡੀ ਕਰਕੇ ਭੇਜ ਦਿੰਦੇ ਨੇ, ਪਰ ਇਸ ਵਾਰੀ ਚਾਚਾ ਫੱਗੂ ਨੇ ਹੁੰਡੀ ਨਹੀਂ ਕੀਤੀ ਹੁੰਦੀ। ਉਹਨਾਂ ਨੇ ਅਰਦਾਸ ਕੀਤੀ ਹੁੰਦੀ ਹੈ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਕਿ ਹੇ ਪਾਤਸ਼ਾਹ, ਹੇ ਮੇਰੇ ਗੁਰੂ, ਇਸ ਵਾਰ ਮੈਂ ਹੁੰਡੀ ਨਹੀਂ ਭੇਜਣੀ। ਇਸ ਵਾਰ ਤੁਹਾਨੂੰ ਆਪਣੀ ਭੇਟਾ ਆਪ ਹੀ ਆ ਕੇ ਲੈਣੀ ਪੈਣੀ ਹੈ। ਤੁਸੀਂ ਆਓਗੇ ਤੇ ਆਪ ਜੀ ਦੀ ਭੇਟਾ ਮੈਂ ਆਪ ਜੀ ਦੇ ਚਰਨਾਂ ਦੇ ਵਿੱਚ ਹੀ ਭੇਟ ਕਰਨੀ ਹੈ।
ਮੈਂ ਕਾਰ ਸੇਵਾ ਆਪ ਜੀ ਦੇ ਚਰਨਾਂ 'ਚ ਹੀ ਭੇਟ ਕਰਨੀ ਹੈ। ਸੋ ਇਸ ਵਾਰ ਮੈਂ ਇਹ ਸੇਵਾ ਹੁੰਡੀ ਨਹੀਂ ਭੇਜਣੀ, ਤੁਹਾਨੂੰ ਆਪਣੀ ਕਾਰ ਸੇਵਾ ਤੁਹਾਨੂੰ ਆਪ ਹੀ ਆ ਕੇ ਲੈਣੀ ਪਏਗੀ। ਤੇ ਭਗਤ ਦੀ ਤੇ ਫਿਰ ਕਿਉਂ ਨਹੀਂ ਵਾਹਿਗੁਰੂ ਮੰਨੇਗਾ। ਅਸੀਂ ਕਹਿੰਦੇ ਆ ਨਾ, ਸਭ ਕੁਝ ਰੱਬ ਦੇ ਹੱਥ 'ਚ ਹੁੰਦਾ ਹੈ, ਸਭ ਕੁਝ ਹੱਥ 'ਚ ਰੱਬ ਦੇ ਹੱਥ ਵਿੱਚ ਹੁੰਦਾ ਹੈ, ਪਰ ਪਰਮਾਤਮਾ ਕਿਹਦੇ ਹੱਥ 'ਚ ਹੁੰਦਾ ਹੈ? ਪਰਮਾਤਮਾ ਹੁੰਦਾ ਹੈ ਆਪਣੇ ਭਗਤ ਦੇ ਹੱਥ ਵਿੱਚ। ਜਦੋਂ ਭਗਤ ਦੀ ਤੇ ਵਾਹਿਗੁਰੂ ਨੂੰ ਮੰਨਣੀ ਪੈਂਦੀ ਹੈ ਤੇ ਸੰਗਤ ਹੈਰਾਨ ਹੁੰਦੀ ਹੈ। ਤੇ ਉਹ ਫਿਰ ਸਤਿਗੁਰੂ ਕਹਿੰਦੇ ਨੇ, ਲਿਆ ਭਾਈ ਸਾਡੀ ਭੇਟਾ ਲਿਆਓ। 7 ਬਚਨ ਪਾਤਸ਼ਾਹ ਚਾਚਾ ਫੱਗੂ ਅੰਦਰ ਜਾਂਦੇ ਨੇ, ਜੋ ਥੈਲੀਆਂ ਦੇ ਵਿੱਚ ਸਾਰਿਆਂ ਦੇ ਨਾਮ ਦੀ ਚਿੱਠੀ ਪਾਈ ਹੁੰਦੀ ਹੈ ਕਿ ਇੰਨੀ ਮਾਇਆ ਇਹਨੇ ਦਿੱਤੀ, ਇੰਨੀ ਮਾਇਆ ਇਹਨੇ ਦਿੱਤੀ, ਸਾਰੀ ਪੋਟਲੀਆਂ ਲਿਆ ਕੇ ਸਤਿਗੁਰਾਂ ਦੇ ਚਰਨਾਂ 'ਚ ਰੱਖ ਦਿੰਦੇ ਨੇ। ਤੇ ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਇੱਕ ਕਿਉਂ ਭਾਈ, ਇੱਕ ਭੇਟਾ ਸਾਡੀ ਤੁਸੀਂ ਲੁਕਾ ਲਈ? ਤੇ ਚਾਚਾ ਫੱਗੂ ਸੋਚਦੇ ਨੇ, ਕੁਝ ਸੋਚ ਕੇ ਕਹਿੰਦੇ ਨਹੀਂ ਨਹੀਂ ਪਾਤਸ਼ਾਹ, ਜੋ ਕੁਝ ਵੀ ਸੀ ਮੈਂ ਆਪ ਜੀ ਦੇ ਚਰਨਾਂ 'ਚ ਭੇਟਾ ਕਰ ਦਿੱਤਾ ਹੈ। ਪਾਤਸ਼ਾਹ ਫਿਰ ਮੁਸਕਰਾਉਂਦੇ ਨੇ, ਹੱਸਦੇ ਨੇ, ਕਹਿੰਦੇ ਨੇ ਨਹੀਂ ਭਾਈ, ਇੱਕ ਭੇਟਾ ਤੂੰ ਸਾਡੀ ਲੁਕਾ ਲਈ ਹੈ, ਲਿਆਓ ਸਾਡੀ ਭੇਟਾ ਸਾਨੂੰ ਦਵੋ। ਤੇ ਇਸ ਦੂਸਰੀ ਵਾਰੀ ਚਾਚਾ ਫੱਗੂ ਬੋਲਦੇ ਨੇ, ਮਨ 'ਚ ਸੋਚਦੇ ਨੇ ਕਿ ਕਹਿੰਦੇ ਨੇ, ਹੇਮਨਾ ਤੂੰ ਗਲਤ ਹੋ ਸਕਦਾ ਹੈ, ਗੁਰੂ ਕਦੀ ਗਲਤ ਨਹੀਂ ਹੋ ਸਕਦਾ। ਤੇ ਉਹ ਕੁਝ ਬੋਲਦੇ ਨੇ, ਸੋਚੀ ਜਾਂਦੇ ਨੇ ਕਿ ਮੈਂ ਕੀ ਭੁੱਲ ਗਿਆ ਹੈ, ਕੀ ਭੇਟਾ ਦੇਣੀ ਭੁੱਲ ਗਿਆ ਹੈ। ਤੇ ਫਿਰ ਪਾਤਸ਼ਾਹ ਕਹਿੰਦੇ ਨੇ ਹੱਥ ਨਾਲ ਇਸ਼ਾਰਾ ਕਰਕੇ ਕਹਿੰਦੇ ਨੇ ਕੀ ਗੱਲ ਭਾਈ, ਇਹ ਬੇਰੀ ਕਿਹਦੀ ਹੈ? ਸਾਰੀ ਸੰਗਤ ਦੇਖਦੀ ਹੈ ਕਿ ਵਿਹੜੇ ਦੇ ਵਿੱਚ, ਚਾਚਾ ਫੱਗੂ ਦੇ ਵਿਹੜੇ ਵਿੱਚ ਇੱਕ ਬੇਰੀ ਦਾ ਪੇੜ ਹੁੰਦਾ ਹੈ ਔਰ ਉੱਥੇ ਬੇਰੀ ਲੱਗੀ ਹੁੰਦੀ ਹੈ। ਤੇ ਪਾਤਸ਼ਾਹ ਉਸ ਬੇਰੀ ਵੱਲ ਇਸ਼ਾਰਾ ਕਰਕੇ ਕਹਿੰਦੇ ਨੇ, ਕਿਉਂ ਭਾਈ, ਇਹ ਬੇਰੀ ਕਿਹਦੀ ਹੈ? ਤੇ ਫਿਰ ਚਾਚਾ ਫੱਗੂ ਨੂੰ ਯਾਦ ਆਉਂਦਾ ਹੈ। ਤੇ ਫਿਰ ਪਾਤਸ਼ਾਹ ਕੀ ਕਹਿੰਦੇ ਨੇ, ਜਿਨ੍ਹਾਂ ਦੇ ਦਰਵਾਜ਼ੇ ਵੱਡੇ ਹੁੰਦੇ ਨੇ, ਜਿਨ੍ਹਾਂ ਦੇ ਦਿਲ ਵੱਡੇ ਹੁੰਦੇ ਨੇ, ਭਾਈ ਫੱਗੂ ਤੇਰਾ ਸਿਰਫ ਘਰ ਦਾ ਦਰਵਾਜ਼ਾ ਹੀ ਵੱਡਾ ਨਹੀਂ ਹੈ, ਤੇਰਾ ਤੇ ਦਿਲ ਵੀ ਬਹੁਤ ਵੱਡਾ ਹੈ। ਔਰ ਵੱਡੇ ਦਿਲਾਂ ਦੇ ਵਿੱਚ ਸਭ ਸਮਾ ਜਾਂਦੇ ਨੇ। ਸ਼ੰਕਰ ਨੇ ਦਿਲਾਂ ਦੇ ਵਿੱਚ ਕੋਈ ਸਮਾ ਨਹੀਂ ਪਾਉਂਦਾ। ਜਿਨ੍ਹਾਂ ਦੇ ਦਿਲ ਵੱਡੇ ਹੁੰਦੇ ਨੇ ਉਹ ਸਭ ਬਰਦਾਸ਼ਤ ਕਰ ਜਾਂਦੇ ਨੇ, ਜਿਨ੍ਹਾਂ ਦੇ ਦਿਲ ਛੋਟੇ ਹੁੰਦੇ ਨੇ ਉਹ ਬਰਦਾਸ਼ਤ ਨਹੀਂ ਕਰ ਪਾਉਂਦੇ। ਪਾਤਸ਼ਾਹ ਇਹ ਬਚਨ ਕਰ ਰਹੇ ਹੁੰਦੇ ਨੇ, ਪਰ ਸੰਗਤ ਨੂੰ ਸਮਝ ਨਹੀਂ ਆਉਂਦਾ। ਜੋ ਉੱਥੇ ਸੰਗਤ ਬੈਠੀ ਹੁੰਦੀ ਆ, ਉਹਨਾਂ ਨੂੰ ਸਮਝ ਨਹੀਂ ਆਉਂਦਾ ਕਿ ਉਹ ਪਾਤਸ਼ਾਹ ਕੀ ਕਹਿ ਰਹੇ ਨੇ। ਤੇ ਪਾਤਸ਼ਾਹ ਫਿਰ ਫੱਗੂ ਨੂੰ ਕਹਿੰਦੇ ਨੇ ਹਾਂ ਭਾਈ ਫੱਗੂ, ਸੰਗਤਾਂ ਨੂੰ ਘਟਨਾ ਦੱਸੋ, ਇਹ ਘਟਨਾ ਕੀ ਬੀਤੀ ਹੈ, ਸੰਗਤਾਂ ਨੂੰ ਦੱਸੋ। ਤੇ ਜਦੋਂ ਇਹ ਸਭ ਗੱਲਾਂ ਹੋ ਰਹੀਆਂ ਹੁੰਦੀਆਂ ਨੇ, ਇਹ ਬੇਰੀ ਕਿਹਦੀ ਹੈ, ਤੁਸੀਂ ਕੁਝ ਭੁੱਲ ਰਹੇ ਹੋ। ਤੇ ਜਦੋਂ ਚਾਚਾ ਫੱਗੂ ਨੂੰ ਯਾਦ ਆਉਂਦਾ ਹੈ ਤੇ ਚਾਚਾ ਫੱਗੂ ਦੇ ਅੱਖਾਂ ਦੇ ਵਿੱਚੋਂ ਅਥਰੂ ਵਗੀ ਜਾਂਦੇ ਨੇ ਔਰ ਪਾਤਸ਼ਾਹ ਦੇ ਉਹ ਚਰਨ ਧੋਈ ਜਾਂਦੇ ਨੇ। ਉਹਨਾਂ ਦੇ ਚਰਨਾਂ 'ਚ ਉਹਨਾਂ ਨੇ ਸੀਸ ਨਿਵਾਇਆ ਹੁੰਦਾ ਹੈ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਬਈ ਇਹ ਬੇਰੀ ਦਾ ਰਾਜ਼ ਕੀ ਹੈ। ਤੇ ਫਿਰ ਉਹ ਕਹਿੰਦੇ ਨੇ, ਫੱਗੂ ਭਾਈ ਸੰਗਤਾਂ ਨੂੰ ਦੱਸੋ ਇਹ ਘਟਨਾ ਕੀ ਹੈ। ਤੇ ਫਿਰ ਚਾਚਾ ਫੱਗੂ ਦੱਸਦੇ ਨੇ, ਕਹਿੰਦੇ ਨੇ ਕਿ ਮੈਂ ਹਰ ਮਹੀਨੇ ਸਾਰੇ ਸਿੱਖਾਂ ਦੇ ਘਰਾਂ 'ਚ ਜਾਂਦਾ ਹਾਂ ਤੇ ਮੈਂ ਉੱਥੋਂ ਕਾਰ ਸੇਵਾ ਗੁਰੂ ਦੇ ਵਾਸਤੇ ਜੋ ਸਾਰਿਆਂ ਨੇ ਦਸਵੰਧ ਕੱਢਿਆ ਹੁੰਦਾ ਹੈ। ਕਿਉਂਕਿ ਦੇਖੋ ਉਹ ਕਰਮ ਵੀ ਕਰ ਰਹੇ ਨੇ, ਉਹ ਉਪਦੇਸ਼ ਵੀ ਉਹ ਦੱਸਦੇ ਵੀ ਨੇ ਕਿ ਬਈ ਪਾਤਸ਼ਾਹ ਨੇ ਸਾਨੂੰ ਕਿਹਾ ਹੈ, ਗੁਰੂ ਸਾਹਿਬਾਨ ਨੇ ਸਾਨੂੰ ਕਿਹਾ ਹੈ ਕਿ ਵੰਡ ਕੇ ਛਕਣਾ ਹੈ। ਆਪਣੇ
ਕਮਾਈ ਚੋਂ, ਆਪਣੀ ਕਿਰਤ ਕਮਾਈ ਚੋਂ ਦਸਵੰਧ ਕੱਢਣਾ ਹੈ। ਉਹ ਆਪ ਵੀ ਨਾਮ ਜਪਦੇ ਨੇ ਤੇ ਦੂਜਿਆਂ ਨੂੰ ਵੀ ਜਪਾਉਂਦੇ ਨੇ, ਆਪ ਵੀ ਚੰਗੇ ਕਰਮ ਕਰਦੇ ਨੇ ਤੇ ਦੂਸਰਿਆਂ ਨੂੰ ਵੀ ਪ੍ਰੇਰਿਤ ਕਰਦੇ ਨੇ, ਦੂਸਰਿਆਂ ਨੂੰ ਵੀ ਉਹ ਦੱਸਦੇ ਨੇ ਕਿ ਗੁਰੂ ਸਾਹਿਬਾਨ ਨੇ ਸਾਨੂੰ ਚੰਗੇ ਕਰਮ ਕਰਨ ਵਾਸਤੇ ਕਿਹਾ ਹੈ ਤੇ ਤੁਸੀਂ ਵੀ ਕਰੋ। ਉਹ ਸਾਰੇ ਉਹ ਉਪਦੇਸ਼ ਕਮਾਉਂਦੇ ਨੇ ਜੋ ਗੁਰੂ ਸਾਹਿਬਾਨ ਨੇ ਸਾਨੂੰ ਉਪਦੇਸ਼ ਦਿੱਤੇ ਨੇ ਕਰਨ ਵਾਸਤੇ। ਤੇ ਚਾਚਾ ਫੱਗੂ ਦੱਸਦੇ ਨੇ, ਕਹਿੰਦੇ ਆ ਮੈਂ ਹਰ ਮਹੀਨੇ ਸਾਰਿਆਂ ਦੇ ਘਰ ਜਾਂਦਾ ਹਾਂ ਤੇ ਮੈਂ ਉਹਨਾਂ ਕੋ ਕਾਰ ਭੇਟਾ ਇਕੱਠੀ ਕਰਕੇ ਲਿਆਣਾ ਹਾਂ ਤੇ ਮੈਂ ਉਹ ਫਿਰ ਗੁਰੂ ਸਾਹਿਬਾਨ ਕੋਲ ਹੁੰਡੀ ਕਰਕੇ ਪਹੁੰਚਾ ਦਿੰਦਾ। ਤੇ ਇੱਕ ਵਾਰੀ ਮੈਂ ਕਾਰ ਸੇਵਾ ਇਕੱਠੀ ਕਰਨ ਗਿਆ ਤੇ ਉੱਥੇ ਇੱਕ ਸਿੱਖ ਰਹਿੰਦਾ ਹੈ, ਘਰ ਤੋਂ ਬੜਾ ਨਿਰਧਨ ਹੈ, ਤੇ ਮੈਂ ਉਸਦੇ ਘਰ ਵੀ ਗਿਆ ਕਿ ਚਲੋ ਆਪਣੀ ਕਿਰਤ ਕਮਾਈ ਚੋਂ ਜੋ ਥੋੜਾ ਬਹੁਤ ਉਹ ਕਮਾਉਂਦਾ ਹੈ ਉਹ ਆਪਣੇ ਗੁਰੂ ਦੇ ਅੱਗੇ ਭੇਟ ਕਰੇ। ਸੰਗਤ ਜੀ 1 ਮਿੰਟ ਮਾਫ ਕਰਨਾ, ਫੋਨ ਆ ਰਿਹਾ ਬਾਰ-ਬਾਰ। ਦੀਪਕ ਸੁਨੀਤਾ ਨੂੰ ਮਨਾ ਕਰ ਦੋ ਫੋਨ ਨਾ ਕਰੇ। ਤੇ ਉਹ ਕਾਰ ਸੇਵਾ ਮੈਂ ਲੈ ਕੇ ਆਨਾ ਹਾਂ ਤੇ ਉਹ ਕਹਿੰਦੇ ਮੇਰੇ ਇੱਕ ਸਿੱਖ ਹੈ ਜੋ ਕਿ ਬੜਾ ਨਿਰਧਨ ਹੈ। ਮੈਂ ਉਹਦੇ ਘਰ ਗਿਆ ਔਰ ਮੈਂ ਉਹਨੂੰ ਵੀ ਕਿਹਾ ਕਿ ਗੁਰੂ ਸਾਹਿਬਾਨ ਦੇ ਚਰਨਾਂ ਦੇ ਵਿੱਚ ਤੂੰ ਆਪਣੀ ਕਿਰਤ ਕਮਾਈ ਚੋਂ ਕੁਛ ਨਾ ਕੁਛ ਜ਼ਰੂਰ ਭੇਟਾ ਕਰਿਆ ਕਰ। ਤੇ ਉਹ ਭੇਟਾ ਕਰਦਾ ਸੀ ਤੇ ਮੈਂ ਹਰ ਮਹੀਨੇ ਦੀ ਤਰ੍ਹਾਂ ਉਸਦੇ ਘਰ ਗਿਆ ਔਰ ਮੈਂ ਉਹਨੂੰ ਆਵਾਜ਼ ਦਿੱਤੀ ਕਿ ਸਿੱਖਾ, ਮੈਂ ਆਇਆ ਹਾਂ ਤੇ ਤੁਸੀਂ ਕਾਰ ਸੇਵਾ ਦੇ ਦੋ ਜੋ ਤੁਸੀਂ ਗੁਰੂ ਸਾਹਿਬਾਨ ਵਾਸਤੇ ਕੱਢੀ ਹੈ। ਤੇ ਅੰਦਰੋਂ ਦੀ ਆਵਾਜ਼ ਆਈ ਕਿ ਉਹ ਘਰ 'ਚ ਨਹੀਂ ਹੈਗੇ। ਤੇ ਮੈਂ ਕਿਹਾ ਬੀਬਾ, ਜੋ ਵੀ ਤੁਸੀਂ ਕਾਰ ਸੇਵਾ ਗੁਰੂ ਸਾਹਿਬਾਨ ਵਾਸਤੇ ਕੱਢੀ ਹੈ ਤੁਸੀਂ ਮੈਨੂੰ ਲਿਆ ਕੇ ਦੇ ਦਿਓ। ਪਰ ਪਤਾ ਨਹੀਂ ਉਹ ਸ਼ਾਇਦ ਗੁੱਸੇ 'ਚ ਸੀ। ਉਹ ਕਹਿੰਦੀ ਹੈ ਕਿ ਸਾਡੇ ਕੋ ਗਰੀਬੀ ਦੇ ਸਿਵਾ ਕੁਛ ਨਹੀਂ ਹੈ। ਤੇ ਮੈਂ ਉਹਨੂੰ ਕਿਹਾ ਕਿ ਜੋ ਵੀ ਤੁਸੀਂ ਇਕੱਠਾ ਕੀਤਾ ਹੈ ਤੁਸੀਂ ਮੈਨੂੰ ਲਿਆ ਕੇ ਦੇ ਦਿਓ, ਮੈਂ ਗੁਰੂ ਸਾਹਿਬਾਨ ਤੱਕ ਤੁਹਾਡੀ ਸੇਵਾ ਪਹੁੰਚਾ ਦਾਂਗਾ। ਤੇ ਉਹ ਬੀਬੀ ਬੜੀ ਗੁੱਸੇ 'ਚ ਸੀ। ਘਰ 'ਚ ਝਾੜੂ ਲਗਾ ਕੇ ਉਹਨੇ ਮਿੱਟੀ ਕੂੜਾ ਇਕੱਠਾ ਕੀਤਾ ਹੋਇਆ ਸੀ ਤੇ ਗੁੱਸੇ ਵਿੱਚ ਆਈ, ਕੂੜਾ ਇਕੱਠਾ ਕੀਤਾ, ਮਿੱਟੀ ਇਕੱਠੀ ਕੀਤੀ ਤੇ ਆ ਕੇ ਮੈਨੂੰ ਕਹਿੰਦੀ ਹੈ ਕਿ ਲਿਆ ਆਪਣੀ ਝੋਲੀ, ਮੈਂ ਤੇਰੀ ਝੋਲੀ ਦੇ ਵਿੱਚ ਪਾ ਦਾਂ। ਉਹਨੇ ਮੈਨੂੰ ਮੇਰੀ ਝੋਲੀ ਦੇ ਵਿੱਚ ਮਿੱਟੀ ਪਾ ਦਿੱਤੀ ਜੋ ਉਹਨੇ ਘਰ 'ਚ ਝਾੜੂ ਲਗਾ ਕੇ ਇਕੱਠੀ ਕੀਤੀ ਹੋਈ ਸੀ। ਤੇ ਮੈਂ ਆਪਣੀ ਝੋਲੀ ਅੱਗੇ ਕੀਤੀ ਇਹ ਸੋਚ ਕੇ ਕਿ ਗੁਰੂ ਘਰ ਵਿੱਚ ਤੇ ਇੱਕ ਕੌਡੀ ਵੀ ਪ੍ਰਵਾਨ ਹੈ ਤੇ ਫਿਰ ਇਹ ਸਿੱਖ ਨੇ ਜੋ ਗੁਰੂ ਦੇ ਨਾਮ ਤੇ ਜੋ ਵੀ ਕੁਝ ਦਿੱਤਾ ਹੈ ਉਹ ਮੈਨੂੰ ਵੀ ਪ੍ਰਵਾਨ ਹੈ। ਅਗਰ ਮੇਰੇ ਗੁਰੂ ਸਾਹਿਬਾਨ ਨੂੰ ਪ੍ਰਵਾਨ ਹੈ ਤੇ ਮੈਨੂੰ ਵੀ ਪ੍ਰਵਾਨ ਹੈ। ਤੇ ਮੈਂ ਆਪਣੀ ਝੋਲੀ ਦੇ ਵਿੱਚ ਉਹ ਮਿੱਟੀ ਪਵਾਈ ਤੇ ਮੈਂ ਘਰ ਲੈ ਆਇਆ। ਆ ਕੇ ਜਦੋਂ ਮੈਂ ਸਾਰਿਆਂ ਦੀ ਮਾਇਆ ਦੇ ਉੱਤੇ ਨਾਮ ਲਿਖੇ ਕਿ ਇਹ ਸੇਵਾ, ਇਹ ਮਾਇਆ ਇਸ ਸਿੱਖ ਨੇ ਭੇਜੀ ਹੈ, ਇਹ ਮਾਇਆ ਇਸ ਸਿੱਖ ਨੇ ਭੇਜੀ ਹੈ, ਤੇ ਫਿਰ ਮੈਂ ਸੋਚਿਆ ਕਿ ਉਹ ਮੈਂ ਮਿੱਟੀ ਦਾ ਕੀ ਕਰਾਂ, ਕੂੜੇ ਦਾ ਕੀ ਕਰਾਂ। ਤੇ ਮੈਂ ਸੋਚਿਆ, ਪਹਿਲਾਂ ਤੇ ਮੈਂ ਸੋਚਿਆ ਇਹ ਨਾਮ ਲਿਖ ਕੇ ਮੈਂ ਰੱਖ ਲਵਾਂ। ਫਿਰ ਮੇਰੇ ਮਨ 'ਚ ਖਿਆਲ ਆਇਆ ਤੇ ਮੈਂ ਮਿੱਟੀ ਦੇ ਵਿੱਚ ਪਾਣੀ ਪਾਇਆ ਔਰ ਜਦੋਂ ਮੈਂ ਮਿੱਟੀ ਘੋਲੀ, ਹੱਥ ਪਾ ਕੇ ਜਦੋਂ ਮੈਂ ਮਿੱਟੀ ਘੋਲੀ ਤੇ ਮੈਨੂੰ ਉਹਦੇ ਵਿੱਚ ਇੱਕ ਬੇਰ ਦੀ ਗਿਟਕ ਮਿਲੀ ਔਰ ਉਹ ਮੈਂ ਉੱਥੇ ਜਾ ਕੇ ਦੱਬ ਦਿੱਤੀ। ਤੇ ਉਹ ਫਿਰ ਗੁਰੂ ਦੇ ਚਰਨਾਂ ਦੇ ਵਿੱਚ ਕਹਿੰਦਾ ਹੈ, ਪਾਤਸ਼ਾਹ ਮੇਰੇ ਕੋ ਬੜੀ ਭੁੱਲ ਹੋ ਗਈ, ਇਹ ਬੇਰੀ ਵੀ ਆਪ ਜੀ ਦੀ ਹੈ, ਇਹ ਬੇਰ ਜੋ ਇਹਦੇ ਉੱਤੇ ਲੱਗੇ ਹੋਏ ਨੇ ਇਹ ਵੀ ਆਪ ਜੀ ਦੇ ਨੇ। ਤੇ ਪਾਤਸ਼ਾਹ ਕੀ ਕਹਿੰਦੇ ਨੇ ਕਿ ਜਿਹੜੀ ਇਹ ਕਮਾਈ ਤੁਸੀਂ ਕੀਤੀ ਹੈ, ਇਹ ਜਿਹੜਾ ਜੋ ਵੱਡਾ ਦਿਲ ਤੁਸੀਂ ਰੱਖਿਆ ਹੈ, ਜੋ ਤੁਸੀਂ ਦਿਲ ਦੇ ਵਿੱਚ ਇਹ ਸਭ ਕੁਝ ਤੁਹਾਡੇ ਦਿਲ 'ਚ ਸਮਾਇਆ ਹੈ, ਇਹ ਤੁਹਾਡੇ ਵੱਡੇ ਦਿਲਾਂ ਵਰਗਾ ਹੀ ਕੋਈ ਬਰਦਾਸ਼ਤ ਕਰ ਸਕਦਾ ਹੈ।
ਤੇ ਜੋ ਪਾਤਸ਼ਾਹ ਨੇ ਕਿਹਾ ਕਿ ਵੱਡੇ ਦਰਵਾਜ਼ੇ ਅਸੀਂ ਸੰਗਤ ਜੀ ਅਸੀਂ ਘਰਾਂ ਦੇ ਨਹੀਂ ਬਣਾਣੇ, ਅਸੀਂ ਆਪਣੇ ਦਿਲ ਦੇ ਦਰਵਾਜ਼ੇ ਵੱਡੇ ਕਰਨੇ ਹੈ ਕਿ ਜਿੱਥੇ ਸਾਡੇ ਗੁਰੂ ਸਾਹਿਬਾਨ ਆ ਕੇ ਸਾਨੂੰ ਦਰਸ਼ਨ ਦੇ ਸਕਣ। ਤੇ ਸੰਗਤ ਜੀ ਨੂੰ ਉਹ ਜਦੋਂ ਸਾਰੀ ਘਟਨਾ ਦੱਸਦੇ ਨੇ ਤੇ ਜਦੋਂ ਉੱਥੇ ਗੁਰੂ ਪਾਤਸ਼ਾਹ ਜਦੋਂ ਜਾਣ ਲੱਗਦੇ ਨੇ ਤੇ ਉਹ ਕੀ ਕਹਿੰਦੇ ਨੇ ਕਿ ਹੁਣ ਅਸੀਂ ਚੱਲੀਏ। ਤੇ ਜਦੋਂ ਉਹ ਜਾਣ ਲੱਗਦੇ ਨੇ ਤੇ ਉਹਨਾਂ ਦਾ ਘੋੜਾ ਉੱਥੋਂ ਤੁਰਦਾ ਨਹੀਂ। ਤੇ ਪਾਤਸ਼ਾਹ ਕਹਿੰਦੇ ਕੀ ਗੱਲ ਹੈ, ਸਾਡਾ ਘੋੜਾ ਅੱਗੇ ਤੁਰਦਾ ਕਿਉਂ ਨਹੀਂ? ਤੇ ਉਹ ਇੱਕ ਹੋਰ ਘਰ ਹੁੰਦਾ ਹੈ ਤੇ ਪਾਤਸ਼ਾਹ ਫਿਰ ਉਹਨਾਂ ਨੂੰ ਸੰਗਤ ਵਿੱਚ ਹੀ ਪੁੱਛਦੇ ਨੇ, ਕਹਿੰਦੇ ਕੀ ਗੱਲ ਹੈ ਕਿ ਇੱਥੇ ਕੌਣ ਰਹਿੰਦਾ ਹੈ? ਤੇ ਸੰਗਤ ਵਿੱਚੋਂ ਪਤਾ ਚੱਲਦਾ ਹੈ ਕਿ ਪਾਤਸ਼ਾਹ ਇੱਥੇ 2 ਭੈਣਾਂ ਔਰ ਇੱਕ ਭਰਾ ਰਹਿੰਦਾ ਹੈ, ਜੋ ਕਿ ਆਪ ਜੀ ਨੂੰ ਬਹੁਤ ਮੁਹੱਬਤ ਕਰਦੇ ਨੇ, ਬਹੁਤ ਪਿਆਰ ਕਰਦੇ ਨੇ। ਔਰ ਉਹਨਾਂ ਦਾ ਵੀ ਕਹਿਣਾ ਹੈ ਕਿ ਗੁਰੂ ਸਾਹਿਬਾਨ ਸਾਡੇ ਘਰ ਜ਼ਰੂਰ ਆਣਗੇ। ਤੇ ਪਾਤਸ਼ਾਹ ਫਿਰ ਘੋੜੇ ਤੋਂ ਉਤਰਦੇ ਨੇ ਔਰ ਫਿਰ ਉਹਨਾਂ ਨੂੰ ਦਰਸ਼ਨ ਦੇਣ ਜਾਂਦੇ ਨੇ। ਤੇ ਜੋ ਪਾਤਸ਼ਾਹ ਨੇ ਸਾਨੂੰ ਦੱਸਿਆ ਹੈ ਕਿ ਜਗਤ ਦੇ ਵਿੱਚ ਪ੍ਰੀਤ ਝੂਠੀ ਹੋ ਸਕਦੀ ਹੈ, ਹਰ ਇੱਕ ਦੀ। ਜਗਤ ਮੈਂ ਝੂਠੀ ਦੇਖੀ ਪ੍ਰੀਤ, ਹਰ ਇੱਕ ਦੀ ਪ੍ਰੀਤ ਝੂਠੀ ਹੋ ਸਕਦੀ ਹੈ, ਪਰ ਜਦੋਂ ਅਸੀਂ ਗੁਰੂ ਦੇ ਨਾਲ ਪ੍ਰੀਤ ਕਰੀਏ, ਗੁਰੂ ਦੀ ਪ੍ਰੀਤ ਕਦੀ ਝੂਠੀ ਨਹੀਂ ਹੁੰਦੀ। ਗੁਰੂ ਦੀ ਪ੍ਰੀਤ ਤੇ ਸਾਨੂੰ ਉੱਥੇ ਤੱਕ ਸਾਡੇ ਨਾਲ ਨਿਭਦੀ ਹੈ ਜਿੱਥੇ ਤੱਕ ਸਾਡਾ ਇਹ ਸਰੀਰ ਵੀ ਸਾਡਾ ਸਾਥ ਨਹੀਂ ਦਿੰਦਾ। ਉੱਥੇ ਤੱਕ ਸਾਡੀ ਗੁਰੂ ਸਾਹਿਬਾਨ ਦੀ ਪ੍ਰੀਤ ਨਿਭਦੀ ਹੈ ਕਿ ਜਿੱਥੇ ਜਾ ਕੇ ਜੋ ਸਾਡੇ ਬੁਰੇ ਕਰਮ ਨੇ ਉਹਨਾਂ ਤੇ ਵੀ ਇਹ ਪੋਚਾ ਫੇਰਿਆ ਜਾਂਦਾ ਹੈ। ਉੱਥੇ ਵੀ ਸਾਡੇ ਬੁਰੇ ਲੇਖੇ ਸਾਡੇ ਪਰਮਾਤਮਾ, ਜਦੋਂ ਅਸੀਂ ਪਰਮਾਤਮਾ ਨਾਲ ਪ੍ਰੀਤ ਕਰਦੇ ਹਾਂ ਤੇ ਫਿਰ ਕੀ ਹੁੰਦਾ ਹੈ? ਫਿਰ ਤੇ ਅਸੀਂ ਕਹਿੰਦੇ ਹਾਂ ਕਿ ਪਰਮਾਤਮਾ ਜੋ ਵੀ ਹਾਂ ਅਸੀਂ ਤੇਰੇ ਹਾਂ, ਬੁਰੇ ਭਲੇ ਹਮ ਥਾਰੇ। ਫਿਰ ਵਾਹਿਗੁਰੂ ਕੀ ਕਰਦੇ ਨੇ? ਫਿਰ ਸਾਡੇ ਔਗਣ ਨਹੀਂ ਚਿਤਾਰਦੇ। ਔਰ ਜਿੱਦਾਂ ਜਿੱਦਾਂ ਅਸੀਂ ਬਾਣੀ ਪੜ੍ਹਦੇ ਹਾਂ, ਜਿੱਦਾਂ ਜਿੱਦਾਂ ਅਸੀਂ ਸਿਮਰਨ ਕਰਦੇ ਹਾਂ, ਉਸ ਤਰ੍ਹਾਂ ਸਾਡੇ ਮਨ ਦੇ ਵਿਕਾਰ ਵੀ ਨਿਕਲਦੇ ਜਾਂਦੇ ਨੇ। ਤੇ ਅੱਗੇ ਇਹ ਸ਼ਬਦ ਚ ਕੀ ਹੈ? ਮਨ ਬਚ ਕਰਮ ਹਰ ਗੁਣ ਨਹੀਂ ਗਾਏ। ਪਾਤਸ਼ਾਹ ਕਹਿੰਦੇ ਨੇ ਕਿ ਮਨ ਤੋਂ ਬਚਣਾ ਤੋਂ ਮੈਂ ਕੋਈ ਗੁਣ ਨਹੀਂ ਗਾਇਆ ਪਰਮਾਤਮਾ ਦਾ। ਇਹ ਜੀ ਸੋਚ ਧਰੋ, ਇਹ ਮੈਂ ਮਨ ਚ ਸੋਚਦਾ ਕਿ ਮੇਰਾ ਹੁਣ ਕੀ ਬਣੇਗਾ, ਮੈਂ ਤੇ ਇਹ ਪਰਮਾਤਮਾ ਤੇਰਾ ਕੋਈ ਗੁਣਗਾਨ ਨਹੀਂ ਕੀਤਾ, ਨਾ ਮਨ ਤੋਂ, ਨਾ ਆਪਣੇ ਬਚਨਾਂ ਤੋਂ, ਨਾ ਆਪਣੇ ਕਰਮਾਂ ਤੋਂ। ਗੁਰਮਤਿ ਸੁਨ ਕਛ ਗਿਆਨ ਨਾ ਉਪਜਿਓ। ਕਹਿੰਦੇ ਗੁਰਮਤਿ ਅਸੀਂ, ਗੁਰੂ ਦੇ ਬਚਨ ਅਸੀਂ ਸੁਣ ਤੇ ਲੈਂਦੇ ਆ, ਗੁਰੂ ਦੀ ਮੱਤ ਅਸੀਂ ਸੁਣ ਤੇ ਲੈਂਦੇ ਆ, ਪਰ ਅਸੀਂ ਉਹਦੇ ਤੋਂ ਕੋਈ ਗਿਆਨ ਹਾਸਲ ਨਹੀਂ ਕਰਦੇ, ਅਸੀਂ ਉਹਦੇ ਤੋਂ ਕੋਈ ਪ੍ਰਾਪਤ ਨਹੀਂ ਕਰਦੇ। ਅਸੀਂ ਸੁਣ ਕੇ ਉੱਤੋਂ ਦੀ ਕੱਢ ਦਿੰਨੇ ਆ ਤੇ ਫਿਰ ਕੀ ਹੁੰਦਾ ਹੈ? ਪਸ ਜਿਉ ਉਦਰ ਭਰੋ। ਫਿਰ ਤੇ ਸਾਡਾ ਜੀਵਨ ਕਿਸ ਤਰ੍ਹਾਂ ਹੁੰਦਾ? ਪਸ਼ੂ ਦੀ ਤਰ੍ਹਾਂ, ਖਾ ਲਿਆ, ਸੌ ਲਿਆ, ਆਪਣਾ ਕੰਮ ਕਰ ਲਿਆ। ਪਸ਼ੂਆਂ ਨੂੰ ਵੀ ਇਹੀ ਹੁੰਦਾ ਕਿ ਆਪਣਾ ਖਾ ਲਿਆ, ਆਪਣਾ ਜ਼ਿੰਦਗੀ ਬਤੀਤ ਕਰ ਲਈ। ਤੇ ਫਿਰ ਸਾਡਾ ਜੀਵਨ ਇੱਕ ਪਸ਼ੂ ਦੀ ਤਰ੍ਹਾਂ ਹੈ ਅਗਰ ਅਸੀਂ ਪਰਮਾਤਮਾ ਨੂੰ ਯਾਦ ਨਾ ਕੀਤਾ ਤੇ। ਕਹੋ ਨਾਨਕ ਪ੍ਰਭ ਬਿਰਧ ਪਛਾਨੋ ਤਬ ਹੋ ਪਤਿਤ ਤਰੋ। ਤੇ ਫਿਰ ਇਹ ਬੇਨਤੀ ਹੈ ਕਿ हे ਪਰਮਾਤਮਾ, ਅਸੀਂ ਤੇ ਇਹ ਕੋਈ ਚੰਗਾ ਕੰਮ ਨਹੀਂ ਕੀਤਾ, ਨਾ ਤੁਹਾਡਾ ਗੁਣਗਾਨ ਕੀਤਾ, ਅਸੀਂ ਕੋਈ ਵੀ ਚੰਗਾ ਕੰਮ ਨਹੀਂ ਕੀਤਾ, ਪਰ हे ਪਰਮਾਤਮਾ ਅਸੀਂ ਜਿਸ ਤਰ੍ਹਾਂ ਦੇ ਵੀ ਹਾਂ, ਅਸੀਂ ਬੁਰੇ ਹਾਂ, ਭਲੇ ਹਾਂ, ਅਸੀਂ ਤੁਹਾਡੇ ਹਾਂ। ਤੇ ਪਰਮਾਤਮਾ ਤੇ ਇੰਨਾ ਦਇਆਵਾਨ ਹੈ ਕਿ ਜੇ ਅਸੀਂ ਪਰਮਾਤਮਾ ਦੀ ਸ਼ਰਨ ਦੇ ਵਿੱਚ ਆ ਜਾਈਏ ਤੇ ਪਰਮਾਤਮਾ ਸਾਡਾ, ਵਾਹਿਗੁਰੂ ਸਾਡੇ ਗੁਰੂ ਸਾਡਾ ਜ਼ਰੂਰ ਉਧਾਰ ਕਰਨਗੇ। ਤੇ ਸੰਗਤ ਜੀ, ਪਾਤਸ਼ਾਹ ਦੀ ਸ਼ਹਾਦਤ ਦੇ ਉੱਤੇ ਆਓ ਅਸੀਂ ਵੀ ਆਪਣੇ ਮਨ ਦੇ ਵਿੱਚ ਅਸੀਂ ਆਪਣੇ ਆਪ ਨੂੰ ਪ੍ਰੋਮਿਸ ਕਰੀਏ ਕਿ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਵਾਹਿਗੁਰੂ ਦੇ ਜੋ ਬਾਬਾ ਜੀ ਸਾਨੂੰ ਸ਼ਬਦ ਦੇ ਕੇ ਗਏ ਨੇ, ਅਸੀਂ ਸ਼ਬਦਾਂ ਦੇ ਨਾਲ ਆਪਣੀ ਸੁਰਤ ਜੋੜੀਏ। ਅਸੀਂ ਵੱਧ ਤੋਂ ਵੱਧ
कोशिश करिए कि नाम सिमरन करिए, बाणी पढ़िए और अपने नाल असी दूसरिਆਂ ਨੂੰ भी प्रेरित कर सकीए, समझा सकीए। असी आप कोशिश करिए असी आप भी नाम जपीए ते असी दूसरिਆਂ ਨੂੰ भी नाम जपाइए, कोशिश करिए। क्योंकि बाणी च की लिखिया है कि प्रभु दे नाल ही सच्ची प्रीत कीतिया ही साडा उद्धार है। साची प्रीत हम तुम स्यों जोरी, तुम स्यों जोर अवर संग तोरी। कि बाकियां दे नाल प्रीत करन दा ते कोई फायदा नहीं, ते इसलिए परमात्मा दे नाल प्रीत पाइए, ओदे चरणां दे नाल प्रीत पाइए, जिन्ने की साडा तोड़ तक साथ देना है। ते संगत जी ਐਨੀ ਕੁ सेवा प्रवान करना, भुलां चुकां दी खिमा कर देना। आओ हुण मिल के असी शब्द पढ़दे हां। अब मैं कौन उपाव करूं। अब मैं कौन उपाव करूं, अब मैं कौन उपाव करूं। अब मैं कौन उपाव करूं, अब मैं कौन उपाव करूं। जय विद मन को संसा चूकै, जय विद मन को संसा चूकै। पौनित पार परो, पौनित पार परो, पौनित पार परो, पौनित पार परो। अब मैं कौन उपाव करूं, अब मैं कौन उपाव करूं, अब मैं कौन उपाव करूं। जन्म पाए कुछ पलो न कीनो, जन्म पाए कुछ पलो न कीनो। ताते अधिक डरो, ताते अधिक डरो, ताते अधिक डरो, ताते अधिक डरो। मन बच क्रम हर गुण नहीं गाए, मन बच क्रम हर गुण नहीं गाए। ये जी सोच तरो, ये जी सोच तरो, यह जी सोच तरो, यह जी सोच तरो। जय विद मन को संसा चूकै,
अब मैं कौन उपाय करूं, अब मैं कौन उपाय करूं। गुरमत सुने कछ ज्ञान न उपजिया, गुरमत सुने कछ ज्ञान न उपजिया। पस ज्यो उदर परो, पस ज्यो उदर परो। पस ज्यो उदर परो, पस ज्यो उदर परो। कहो नानक प्रभ बिरद पछानो, कहो नानक प्रभ बिरद पछानो। तब हो पतित तरो, तब हो पतित तरो। तब हो पतित तरो, तब हो पतित तरो। जय विद मन को संसा चूकै, जय विद मन को संसा चूकै। पौनित पार परो, पौनित पार परो। पौनित पार परो, पौनित पार परो। अब मैं कौन उपाय करूं, अब मैं कौन उपाय करूं, अब मैं कौन उपाय करूं। धन गुरु तेग बहादुर साहिब, धन गुरु तेग बहादुर साहिब। अब मैं कौन उपाय करूं, अब मैं कौन उपाय करूं। साधन हेत इक जन करी, शीस दिया, शीस दिया, शीस दिया, शीस दिया। परसीना उचरी, परसीना उचरी। परसीना उचरी। धर्म हेत सका जिन किया, धर्म हेत सका जिन किया। शीस दिया, शीस दिया, शीस दिया, शीस दिया। पर सिरर न दिया, पर सिरर न दिया। पर सिरर